ਰਾਗ ਧੰਨ ਸ਼੍ਰੀ ਗੁਰੂ ਗ੍ਰੰਥ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਆਏ ਅਸਮਾਨੀ ਚੱਲਿਓ ਵਜੀਰੰ। ਆਇਓ ਸ਼੍ਰੀ ਨਾਨਕ ਕੇ ਤੀਰੰ। ਠਾਂਡੇ ਹਵੈ ਕਰ ਗਿਰਾ ਉਚਾਰੀ। ਦੇਹੋ ਖਿਲਕਾ ਦਰਵੇਸ ਉਤਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜਿਸ ਡਿਠੈ ਸਭ ਦੁੱਖ ਜਾਏ, ਇਨ੍ਹਾਂ ਅਜ਼ਮਤਾਂ ਵਡਿਆਈਆਂ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰ ਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ। ਇਹ ਇਤਿਹਾਸ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰੂ ਕਲ ਤਾਰਨ ਆਏ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ। ਪ੍ਰਸੰਗ ਹੈ ਸਤਿਗੁਰੂ ਰੋਮ ਵਲਾਇਤ ਦੇਸ਼ ਤੋਂ ਅੱਗੇ ਗਏ ਨੇ, ਜਿੱਥੇ ਇੱਕ ਬਹੁਤ ਜ਼ੁਲਮੀ ਰਾਜਾ ਰਾਜ ਕਰਦਾ ਹੈ। ਔਰ ਐਸਾ ਜ਼ੁਲਮੀ ਰਾਜਾ ਹੈ ਕਿ ਉਹ ਕਿਸੇ ਵੀ ਗੈਰ ਮੁਸਲਮਾਨ ਨੂੰ ਉਹ ਜਿਉਂਦਾ ਨਹੀਂ ਛੱਡਦਾ। ਕੋਈ ਉਹਦੇ ਦੇਸ਼ ਆ ਜਾਏ ਤਾਂ ਉਹ ਉਸ ਨੂੰ ਮਾਰ ਦਿੰਦਾ ਹੈ। ਉਸ ਦੇਸ਼ ਦਾ ਭਲਾ ਕਰਨ ਵਾਸਤੇ ਗੁਰੂ ਨਾਨਕ ਦੇ ਪਿਤਾ ਮਹਾਰਾਜ ਉੱਥੇ ਗਏ ਨੇ। ਇਹ ਕਥਾ ਆਪਾਂ ਕੱਲ ਸਰਵਣ ਕਰ ਰਹੇ ਸਾਂ। ਅੱਜ ਇਸ ਲੜੀ ਨਾਲ ਜੁੜਨ ਤੋਂ ਪਹਿਲਾਂ
जो बहुत महान पवित्र दिहाड़ा है कि अज कनहर बूंद बसो रोमावल कुसम बसंत गनंत न आवे रव सस किरण उदर सागर को गंग तरंग अंत को पावे रुदर ध्यान ज्ञान सतगुर कै कब जन भल उन्हें जो गावे भले अमरदास गुण तेरे तेरी उपमा तोहे बन आवे। इन्हां अजमतां वडियाइयां दे मालक तीसरे पातशाह गुरु अमरदास महाराज जी का पावन पवित्र प्रकाश गुरपुरब है। आप सारिया संगतां नूं पावन गुरपुरब दियां लख 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 वधाइयां। गुरु दे परथाए सतगुरु की बाणी दे विच दर्ज है कि धन धन पिता धन धन कुल धन धन सो जननी जिन गुरु जनिया माए। वो माता सुलखणी अते पिता श्री तेजपाण जी वो धनता दे जोग ने। भलियां दी वो कुल धनता दे जोग है। वो धरती जिथे गुरु अमरदास महाराज जी का आगमन होया वो धरती धनता दे जोग है। गुरु अमरदास महाराज इतिहास ये कहता है कि वो बचपन तो ही धार्मिक संस्कारां वाले सन। उन्हां दी रुचि उन्हां दी बिरती वो धार्मिक सी। धर्म दे विच उन्हां दा ध्यान रहिंदा सी। यही कारण है कि उन्होंने 19 बार उन्नी साल लगातार अपने जीवन विच यात्रावां कीतियां। हर साल वो तीर्थ यात्रा वास्ते चलते सन और पूरा महीना वो उस नेम कर्म दे विच प्रवृत्त रहंदे सन। एक बारी की होया कि धर्म की यात्रा दे विच एक संगी वैष्णव साधु मिल गया। यात्रा चलती रही, कट्ठे लंगर भोजन छकना, कट्ठे आराम करना, इकट्ठे सफ़र करना। उस यात्रा दे विच वो जिहड़ा वैष्णव साधु सी उन्हें पूछ लिया कि अमरदास जी तुहाडा गुरु कौन है। तो गुरु अमरदास जी का उही जवाब सी जिहड़ा अज साडे सारियां दा है कि गुरु ते मैं अजे कोई धारण नहीं किया।
ਕਿਉਂਕਿ ਸਾਨੂੰ ਸ਼ਾਇਦ ਇੱਦਾਂ ਲੱਗਦਾ ਵੀ ਜਦੋਂ ਅਸੀਂ ਗੁਰਦੁਆਰੇ ਜਾ ਹੀ ਰਹੇ ਹਾਂ, ਮੱਥਾ ਵੀ ਟੇਕਦੇ ਹਾਂ, ਪ੍ਰਸ਼ਾਦ ਵੀ ਕਰਾਉਂਦੇ ਹਾਂ, ਫਿਰ ਖੰਡ ਪਾਠ ਵੀ ਕਰਾਉਂਦੇ ਹਾਂ, ਤੇ ਥੋੜ੍ਹੀ ਬਹੁਤੀ ਬਾਣੀ ਵੀ ਪੜ੍ਹਦੇ ਹਾਂ, ਤੇ ਜਿਹੜੇ ਘਰ ਦੇ ਧਰਮ ਕਰਮ ਨੇ ਉਹ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੀ ਕਰਦੇ ਹਾਂ, ਤਾਂ ਫਿਰ ਅਸੀਂ ਸਿੱਖ ਤਾਂ ਹੋ ਹੀ ਗਏ। ਗੁਰੂ ਅਮਰਦਾਸ ਜੀ ਨੇ ਜਦੋਂ ਇਹ ਕਿਹਾ ਕਿ ਮੈਂ ਅਜੇ ਕੋਈ ਗੁਰੂ ਧਾਰਨ ਨਹੀਂ ਕੀਤਾ, ਤਾਂ ਉਹ ਜਿਹੜਾ ਵੈਸ਼ਨਵ ਸਾਧੂ ਸੀ ਉਹਨੇ ਕਿਹਾ ਵੀ ਅਮਰਦਾਸ ਵੀ ਇਹ ਗੱਲ ਤਾਂ ਮੈਨੂੰ ਤੇਰੇ ਕੋਲੋਂ ਪਹਿਲੇ ਦਿਨ ਹੀ ਪੁੱਛ ਲੈਣੀ ਚਾਹੀਦੀ ਸੀ ਕਿ ਤੂੰ ਗੁਰੂ ਵਾਲਾ ਹੈ ਕਿ ਨਗੁਰਾ ਹੈ। ਤੂੰ ਤੇ ਨਗੁਰਾ ਹੈ ਭਾਈ, ਤੇ ਧਰਮ ਇਹ ਕਹਿੰਦੇ ਨੇ ਕਿ ਨਗੁਰੇ ਦੀ ਸੰਗਤ ਨਹੀਂ ਕਰਨੀ ਚਾਹੀਦੀ। ਦੇਖੋ ਗੁਰੂ ਵਾਲੇ ਹੋਣ ਦਾ ਅਰਥ ਕੀ ਹੈ? ਗੁਰੂ ਵਾਲੇ ਹੋਣ ਦਾ ਅਰਥ ਹੈ ਕਿ ਤੁਸੀਂ ਕਿਸੇ ਮਰਿਆਦਾ ਵਿੱਚ ਹੋ, ਤੁਸੀਂ ਕਿਸੇ ਨਿਯਮਾਵਲੀ ਵਿੱਚ ਹੋ, ਤੁਹਾਡੇ ਜੀਵਨ ਜਿਉਣ ਦਾ ਜਿਹੜਾ ਤਰੀਕਾ ਹੈ ਉਹਦੀ ਕੋਈ ਵਿਧੀ, ਕੋਈ ਵਿਧਾਨ ਹੈ ਭਾਈ। ਗੁਰੂ ਦਾ ਆਖਰੀ ਅਰਥ ਤਾਂ ਗਿਆਨ ਦੇਣ ਵਾਲਾ ਹੀ ਹੈ। ਇਹ ਨਵੇਂ ਅਰਥ ਅਸੀਂ ਕੱਢ ਰਹੇ ਕਿ ਗਿਆਨ ਦੇਣ ਲਈ ਅਸੀਂ ਲੋਕਾਂ ਮਗਰ ਭੱਜ ਪਏ ਤੇ ਗੁਰੂ ਦੇ ਪ੍ਰਤੀ ਕਹਿਣਾ ਸ਼ੁਰੂ ਕਰ ਦਿੱਤਾ ਵੀ ਜੇ ਕੋਈ ਸੁਖਣਾ ਸੁਖਣੀ ਹੋਵੇ, ਕੋਈ ਮਨ ਦੀ ਇੱਛਾ ਪੂਰੀ ਕਰਨੀ ਹੋਵੇ ਤੇ ਭਾਈ ਗੁਰਦੁਆਰੇ ਚਲੇ ਜਾਓ। ਇਸੇ ਕਰਕੇ ਤੁਸੀਂ ਵੇਖਿਆ ਹੋਵੇਗਾ ਹਰ ਬੰਦਾ ਰੋਜ਼ ਗੁਰਦੁਆਰੇ ਨਹੀਂ ਆਉਂਦਾ। ਜਦੋਂ ਕਿ ਮਰਿਆਦਾ ਇਹ ਹੈ ਕਿ ਹਰ ਸਿੱਖ ਨੇ ਇਹ ਚਾਰ ਕੰਮ ਜਿਹੜੇ ਨੇ ਰੋਜ਼ ਕਰਨੇ ਨੇ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਸਿਮਰਨ ਕਰਨਾ, ਨਿਤਨੇਮ ਕਰਨਾ, ਗੁਰਦੁਆਰੇ ਜਾ ਕੇ ਗੁਰੂ ਦੇ ਦਰਸ਼ਨ ਕਰਨੇ, ਔਰ ਸੰਗਤ ਵਿੱਚ ਬੈਠ ਕੇ ਗੁਰੂ ਦੀ ਮਹਿਮਾ ਨੂੰ ਸਰਵਣ ਕਰਨਾ। ਦੋ ਕੰਮ ਤੁਸੀਂ ਕਰਦੇ ਨੇ, ਤੁਹਾਡੇ ਹੋਮਵਰਕ ਹੈ ਤੁਹਾਡਾ। ਦੋ ਕੰਮ ਜਿਹੜੇ ਨੇ ਉਹ ਸਿਰਫ ਗੁਰਦੁਆਰੇ ਵਿੱਚ ਹੀ ਹੋ ਸਕਦੇ ਨੇ। ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ, ਕੰਨਾਂ ਨਾਲ ਗੁਰੂ ਦਾ ਨਾਮ ਸੁਣਨਾ। ਹੁਣ ਇਹ ਚਾਰ ਕੰਮ ਜਿਹੜੇ ਨੇ ਤਾਂ ਹਰ ਸਿੱਖ ਨੇ ਰੋਜ਼ ਕਰਨੇ ਨੇ ਭਾਈ। ਪਰ ਜਿਹੜਾ ਨਗੁਰਾ ਆਦਮੀ ਹੈ ਉਹ ਨਹੀਂ ਕਰੇਗਾ, ਕਿਉਂਕਿ ਇਹ ਚਾਰੇ ਕੰਮ ਕਰਦੇ ਆ ਸਾਡੇ ਵਿੱਚ ਨਿਹਕਾਮਤਾ ਰਹਿਣੀ ਚਾਹੀਦੀ ਹੈ। ਜੇ ਅੱਜ ਅਸੀਂ ਕੁਝ ਇਸ ਤਰ੍ਹਾਂ ਸਾਨੂੰ ਮਿਲਣਗੇ ਵੀ ਕੁਝ ਪ੍ਰਾਣੀ ਤੇ ਉਹ ਕਾਮਨਾ ਅਧੀਨ ਹੈ, ਉਹ ਇਸ਼ਾਵਾਂ ਦੇ ਅਧੀਨ ਹੋ ਕੇ ਇਹ ਧਰਮ ਕਰਮ ਕਰਦੇ ਨੇ। ਤੇ ਗੁਰੂ ਨੇ ਇੱਕ ਗੱਲ ਸਾਨੂੰ ਸਮਝਾ ਦਿੱਤੀ ਹੈ ਕਿ ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਇਹ ਧਰਮ ਕਰਮ ਪਖੰਡ ਜੋ ਦੀਸੈ, ਤਿਨ ਜਮ ਜਾਗਾਤੀ ਲੂਟੈ। ਧਰਮ ਦੇ ਨਾਂ ਤੇ ਜਿਹੜੇ ਤੁਸੀਂ ਕਰਮ ਕਰਦੇ ਹੋ, ਜਿੱਦਣ ਜਮ ਦੂਤ ਨੇ, ਜਿਵੇਂ ਏਅਰਪੋਰਟ ਤੇ ਹੁੰਦੇ ਨੇ ਨਾ ਕਸਟਮ ਵਾਲੇ,
ਉਹ ਜਦੋਂ ਤੁਹਾਡੀਆਂ ਬਾਹਰੋਂ ਲਿਆਂਦੀਆਂ ਚੀਜ਼ਾਂ ਦੀ ਡਿਊਟੀ ਬਣਾਉਂਦੇ ਨੇ ਤੇ ਫਿਰ ਕਈ ਵਾਰੀ ਅਸੀਂ ਚੀਜ਼ਾਂ 에ਅਰਪੋਰਟ ਤੇ ਸੁੱਟ ਆਉਂਦੇ ਆ। ਜੇ ਉਹ ਪੁੱਛੇ ਕਸਟਮ ਵਾਲਾ ਵੀ ਕਿਉਂ ਛੱਡ ਕੇ ਚੱਲੇ ਹੋ, ਕਹਿੰਦੇ ਜੀ ਇੰਨੇ ਦੀ ਚੀਜ਼ ਨਹੀਂ ਜਿੰਨੇ ਦੀ ਤੁਸੀਂ ਡਿਊਟੀ ਲਾ ਦਿੱਤੀ ਹੈ। ਘਰ ਵੀ ਜੇ ਤੁਹਾਡਾ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਪੁੱਛੇ ਵੀ ਤੂੰ ਜੇ ਉਹਨਾਂ ਨੇ ਡਿਊਟੀ ਲਾਈ ਸੀ ਤੇ ਤੂੰ ਡਿਊਟੀ ਪੇ ਕਰ ਦਿੰਦਾ, ਬਾਹਰੋਂ ਤੂੰ ਲੈ ਕੇ ਆਇਆ ਸੀ ਸਮਾਨ ਤਾਂ ਲੈ ਆਉਣ, ਤੇ ਤੁਸੀਂ ਕਹਿੰਦੇ ਹੋ ਵੀ ਭਾਈ ਉਹ ਸਮਾਨ ਜਿਹੜਾ ਸੀ ਉਹਦੇ ਨਾਲੋਂ 2 ਗੁਣਾ 3 ਗੁਣਾ ਉਹਨਾਂ ਨੇ ਡਿਊਟੀ ਵੱਧ ਲਾ ਦਿੱਤੀ, ਮੈਂ ਕੀ ਕਰਦਾ। ਇਹ ਜਿਹੜੇ ਧਰਮ ਕਰਮ ਨੇ, ਜਦੋਂ ਇਹਨਾਂ ਦੇ ਉੱਤੇ ਜਿਹੜਾ ਜੰਮ ਹੈ ਉਹ ਜਗਾਤ ਲਾਉਂਦੇ ਨੇ, ਜਗਾਤ ਕਹਿੰਦੇ ਨੇ ਟੈਕਸ ਨੂੰ, ਤਾਂ ਇਹ ਸਾਰੇ ਖਤਮ ਹੋ ਜਾਂਦੇ ਨੇ, ਕਿਉਂਕਿ ਇਹਨਾਂ ਦਾ ਕੋਈ ਪੁੰਨ ਫਲ ਨਹੀਂ ਹੈਗਾ। ਜਿਹੜੀ ਸਭ ਤੋਂ ਵੱਡੀ ਜਿਹੜੀ ਗੱਲ ਸਮਝਣ ਵਾਲੀ ਹੈ, ਇਹਨਾਂ ਧਰਮ ਕਰਮਾਂ ਦਾ ਪੁੰਨ ਫਲ ਕੋਈ ਨਹੀਂ ਹੈਗਾ। ਤੁਸੀਂ ਹੈਰਾਨ ਹੋਵੋਗੇ ਵੀ ਇਹਨਾਂ ਦਾ ਕੋਈ ਪੁੰਨ ਫਲ ਹੀ ਨਹੀਂ ਹੈਗਾ। ਤੀਰਥਾਂ ਦੀਆਂ ਯਾਤਰਾਵਾਂ ਦਾ ਕੋਈ ਪੁੰਨ ਫਲ ਨਹੀਂ ਹੈਗਾ। ਹਾਂ ਭਾਈ, ਨਹੀਂ ਹੈਗਾ। ਤੀਰਥਾਂ ਤੇ ਜਾ ਕੇ ਚੁੱਭੇ ਮਾਰਨੇ, ਇਸ਼ਨਾਨ ਕਰਨਾ, ਉਹਦਾ ਕੋਈ ਪੁੰਨ ਫਲ ਨਹੀਂ ਹੈਗਾ। ਹਾਂ, ਨਹੀਂ ਹੈਗਾ ਭਾਈ। ਵਰਤ ਰੱਖਣੇ, ਪੂਰਾ 12-12 ਘੰਟੇ ਭੁੱਖੇ ਰਹਿਣਾ, ਕੋਈ ਪੁੰਨ ਫਲ ਨਹੀਂ ਹੈਗਾ। ਹਾਂ, ਨਹੀਂ ਹੈਗਾ। ਪੁੱਠੇ ਲਟਕ ਜਾਣਾ, ਕੀ ਇਹਦਾ ਕੋਈ ਪੁੰਨ ਫਲ ਨਹੀਂ ਹੈਗਾ। ਕਿਸੇ ਇੱਕ ਦਿਨ ਲਟਕੇ ਵੇਖੋ ਨਾ ਪੁੱਠੇ, ਅੱਖਾਂ ਬਾਹਰ ਆ ਜਾਂਦੀਆਂ ਨੇ। ਪਰ ਕਈ ਸਾਧੂ ਮਹਾਤਮਾ ਐਸੇ ਨੇ ਵੀ ਉਹ ਸਾਰਾ ਦਿਨ ਹੀ ਸਾਰੀ ਰਾਤ ਹੀ ਲਟਕੇ ਰਹਿੰਦੇ ਨੇ। ਕੀ ਉਹਦਾ ਕੋਈ ਪੁੰਨ ਫਲ ਨਹੀਂ ਹੈਗਾ? ਨਹੀਂ ਹੈਗਾ ਭਾਈ। ਕੋਈ ਪਾਣੀ 'ਚ ਖਲੋਤਾ ਹੈ, ਉਹਦਾ ਵੀ ਕੋਈ ਪੁੰਨ ਫਲ ਨਹੀਂ। ਹਾਂ, ਨਹੀਂ ਹੈਗਾ। ਹੁਣ ਤੁਸੀਂ ਪੁੱਛੋਗੇ ਵੀ ਕਿੱਥੇ ਲਿਖਿਆ ਹੈ? ਹੁਣ ਇਹ ਪੰਕਤੀ ਤੁਸੀਂ ਲਿਖ ਲਓ। ਤੁਸੀਂ ਕਹਿਣਾ ਜੀ ਇਹ ਲਿਖਣ ਦੀ ਕੀ ਲੋੜ ਹੈ, ਸਾਨੂੰ ਤਾਂ ਆਉਂਦੀ ਹੈ। ਪੰਕਤੀ ਹੈ, ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ। ਹੁਣ ਤਿਲ ਕੇ ਮਾਨ ਨੂੰ ਤੁਸੀਂ ਇਕੱਠਾ ਪੜ੍ਹ ਲਓਗੇ ਤੇ ਕਨਫਿਊਜ਼ ਹੋ ਜਾਓਗੇ ਵੀ ਇਹ ਪਤਾ ਨਹੀਂ ਕੀ ਲਿਖ ਦਿੱਤਾ ਹੈ ਮਹਾਰਾਜ ਨੇ। ਕੋਈ ਤਿਲਕ ਦਾ ਮਾਣ ਕਰ ਦੇਗਾ, ਇਹਦੇ ਕੋਈ ਅਰਥ ਕੋਈ ਹੋਰ ਕਰ ਦੇਗਾ, ਇਹਦੇ ਕੋਈ ਅਰਥ ਹੋਰ ਕਰ ਲੇਗਾ। ਪਰ ਜੇ ਤੁਸੀਂ ਇਹਨੂੰ ਰੁਕ ਕੇ ਪੜ੍ਹੋਗੇ ਤੇ ਰੁਕ ਕੇ ਪੜ੍ਹਨ ਦਾ ਅਰਥ ਹੈ, ਤਿਲ ਦਾ ਅਰਥ ਹੈ ਤਿਲ। ਤਿਲ ਉਹੀ ਜਿਹੜਾ ਰਿਓੜੀਆਂ ਤੇ ਲੱਗਿਆ ਹੁੰਦਾ, ਗੱਚਕ ਤੇ ਲੱਗੇ ਹੁੰਦੇ ਨੇ, ਤਿਲ ਉਹੀ ਤਿਲ ਨੇ। ਮਾਣ ਦਾ ਅਰਥ ਹੈ ਇੱਜ਼ਤ। ਇੰਨੇ ਧਰਮ ਕਰਮ ਕਰੋਗੇ ਤੇ ਤੁਹਾਨੂੰ ਕਿੰਨਾ ਕੁ ਮਾਣ ਮਿਲੇਗਾ, ਜਿੰਨਾ ਕੁ ਗੱਚਕ ਦੇ ਉੱਪਰ ਲੱਗੇ ਹੋਏ ਤਿਲ ਦਾ ਹੈ। ਹੁਣ ਤੁਸੀਂ ਵੇਖੋਗੇ ਵੀ ਤਿਲ ਤੇ ਸਿਰ ਦੀ ਜੂੰ ਜਿੱਡਾ ਹੁੰਦਾ ਮਸਾਂ ਹੀ। ਕਈਆਂ ਦੇ ਸਿਰ ਦੀ ਜੂੰ ਵੱਡੀ ਹੁੰਦੀ ਹੈ, ਤਿਲ ਦਾ ਦਾਣਾ ਉਦੋਂ ਵੀ ਛੋਟਾ ਰਹਿ ਜਾਂਦਾ ਹੈ। ਕੀ ਇਹ ਗੱਲ ਸੱਚ ਹੈ? ਹਾਂ ਭਾਈ, ਇਹ ਗੱਲ ਬਿਲਕੁਲ ਸੱਚ ਹੈ। ਪਰ ਇਹ ਗੱਲ ਸਾਨੂੰ ਹਜਮ ਨਹੀਂ ਹੋਏਗੀ, ਕਿਉਂਕਿ ਅਸੀਂ ਸਿਰਫ ਇਹਨਾਂ ਨੂੰ ਹੀ ਧਰਮ ਮੰਨ ਕੇ ਬਹਿ ਗਏ। ਇਸੇ ਕਰਕੇ ਗੁਰੂ ਅਰਜਨ ਦੇਵ ਪਿਤਾ ਜੀ ਨੇ ਸਮਝਾਇਆ ਸੀ, ਮੈਂ ਫਿਰ ਪੰਕਤੀ ਪੜ੍ਹ ਦਿਆਂ, ਧਰਮ ਕਰਮ ਪਖੰਡ ਜੋ ਦੀਸ ਹੈ। ਇਹ ਧਰਮ ਕਰਮ ਨੇ, ਕੁਝ ਕੰਮ ਜਿਨ੍ਹਾਂ ਨੂੰ ਅਸੀਂ ਖੁਦ ਕਹਿ ਲਿਆ ਵੀ ਇਹ ਧਰਮ ਹੈ। ਸਤਿਗੁਰੂ ਕਹਿੰਦੇ ਪਖੰਡ ਹੈ ਭਾਈ। ਪਖੰਡ ਦਾ ਅਰਥ ਕੀ ਹੁੰਦਾ ਹੈ? ਵਿਖਾਵਾ, ਸਿਰਫ ਲੋਕਾਂ ਨੂੰ ਦੱਸਣ ਵਾਸਤੇ। ਉਹਦਾ ਤੁਹਾਡੀ ਆਤਮਾ ਨਾਲ ਕੋਈ ਸੰਬੰਧ ਨਹੀਂ ਹੈ, ਤੁਹਾਡੀ ਅਧਿਆਤਮਿਕਤਾ ਨਾਲ ਉਹਦਾ ਕੋਈ ਸੰਬੰਧ ਨਹੀਂ ਹੈ, ਉਹਦਾ ਤੁਹਾਡੇ ਧਰਮ ਨਾਲ ਕੋਈ ਸੰਬੰਧ ਨਹੀਂ ਹੈ। ਜਿਹੜੇ ਤੁਹਾਡੀਆਂ ਡਿਊਟੀਆਂ ਰੱਬ ਨੇ ਲਾਈਆਂ ਨੇ, ਫਰਜ਼ ਲਾਏ ਨੇ, ਧਰਮ ਦਾ ਆਖਰੀ ਅਰਥ ਹੈ ਡਿਊਟੀ, ਫਰਜ਼।
ਹੁਣ ਇਹ ਵੀ ਨਹੀਂ ਸਾਨੂੰ ਆਉਂਦਾ। ਅਸੀਂ ਧਰਮ ਦਾ ਅਰਥ ਕੀ ਬਣਾਇਆ ਹੈ? ਕਰਮਕਾਂਡ, ਭੇਖ। ਹੁਣ ਮੈਂ ਬੇਨਤੀ ਕਰਾਂ, ਤੁਸੀਂ ਕਹੋਗੇ ਜੀ ਬਿਲਕੁਲ ਠੀਕ ਹੈ। ਕਿਸੇ ਵਿਅਕਤੀ ਦੇ ਭਰਾ ਦੀ ਮੌਤ ਹੋ ਗਈ, ਬੱਚੇ ਛੋਟੇ ਸੀ। ਹੁਣ ਦੂਜੇ ਭਰਾ ਨੇ ਕੀ ਕੀਤਾ? ਮਰਨ ਵਾਲੇ ਭਰਾ ਦੇ ਬੱਚਿਆਂ ਨੂੰ ਪੜ੍ਹਾਇਆ ਔਰ ਜ਼ਿੰਮੇਵਾਰੀ ਨਾਲ ਉਹਨਾਂ ਦੇ ਵਿਆਹ ਕੀਤੇ। ਤੇ ਸਮਾਜ ਨੇ ਕੀ ਕਿਹਾ? ਕਹਿੰਦੇ ਬਈ ਸ਼ਾਬਾਸ਼, ਤੂੰ ਬਈ ਕਮਾਲ ਕੀਤੀ ਹੈ। ਭਰਾ ਨਹੀਂ ਸੀ ਹੈਗਾ, ਪਰ ਤੂੰ ਭਰਾ ਦੀ ਥਾਂ ਤੇ ਪਿਓ ਬਣ ਕੇ ਵਿਖਾਇਆ। ਤੇ ਉਸ ਬੰਦੇ ਨੇ ਇੱਕੋ ਗੱਲ ਕਹੀ, ਉਹ ਕਹਿੰਦੇ ਜੀ ਇਹ ਮੇਰਾ ਧਰਮ ਸੀ। ਧਰਮ ਦਾ ਆਖਰੀ ਅਰਥ ਹੈ ਡਿਊਟੀ। ਕੋਈ ਵੀ ਵਿਅਕਤੀ ਜਿਹੜਾ ਆਪਣੀ ਡਿਊਟੀ ਕਰ ਰਿਹਾ, ਸਮਝ ਲੈਣਾ ਉਹ ਧਰਮ ਕਮਾ ਰਿਹਾ ਹੈ। ਧਰਮ ਤੁਸੀਂ ਰੈੱਡ ਲਾਈਟ ਤੇ ਖਲੋ ਕੇ ਵੀ ਕਮਾ ਸਕਦੇ ਹੋ, ਹਸਪੀਟਲ ਵਿੱਚ ਵੀ ਖਲੋ ਕੇ ਕਮਾ ਸਕਦੇ ਹੋ। ਧਰਮ ਕਮਾਉਣ ਵਾਸਤੇ ਕੋਈ ਵੀ ਰਿਜ਼ਰਵ ਧਰਤੀ ਨਹੀਂ ਹੈ। ਇਹ ਧਰਤੀ ਥਾਪ ਰੱਖੀ ਧਰਮਸ਼ਾਲ। ਕੋਈ ਵਿਅਕਤੀ ਕਿਤੇ ਵੀ ਬਹਿ ਕੇ ਧਰਮ ਕਮਾ ਸਕਦਾ ਹੈ। ਸ਼ਾਇਦ ਤੁਸੀਂ ਵੇਖਿਆ ਹੋਵੇਗਾ, ਰਕਸ਼ੇ ਵਾਲਾ ਵੀ ਧਰਮ ਕਮਾਉਂਦਾ ਹੈ, ਟੈਕਸੀ ਵਾਲਾ ਵੀ ਧਰਮ ਕਮਾਉਂਦਾ ਹੈ। ਟੈਕਸੀ ਵਿੱਚ ਤੁਹਾਡਾ ਸਮਾਨ ਰਹਿ ਗਿਆ, ਅਗਰ ਉਹ ਬੰਦਾ ਤੁਹਾਨੂੰ ਵਾਪਸ ਦੇਣ ਆ ਗਿਆ ਤੇ ਧਰਮ ਨਹੀਂ ਤਾਂ ਹੋਰ ਕੀ ਹੈ? ਇੱਥੇ ਤਾਂ ਬੰਦਾ ਦੂਜੇ ਦੀ ਜੇਬ ਚੋਂ ਕੱਢ ਲੈਂਦਾ ਹੈ। ਤੇ ਮੇਰੇ ਵਰਗਿਆਂ ਦਾ ਪਾਠ ਵੀ ਬੜਾ ਵਧੀਆ ਹੈ। ਉਹ ਤੇ ਕਹਿੰਦੇ ਲੱਭੀ ਚੀਜ਼ ਖੁਦਾ ਦੀ, ਨਾ ਧੇਲੇ ਦੀ ਨਾ ਭਾ ਦੀ, ਚੁੱਕੀ ਤੇ ਜੇਬ 'ਚ ਪਾ ਲਈ। ਸਾਡੇ ਤੇ ਇਦਾਂ ਦੇ ਵੀ ਲੋਕ ਹੈਗੇ ਨੇ ਵੀ ਜੇ ਕਿਸੇ ਨੇ ਕਿਹਾ ਵੀ ਆਪਣੀ ਕਮਾਈ 'ਚੋਂ ਭਾਈ ਰੱਬ ਨੂੰ ਦੇਣਾ ਚਾਹੀਦਾ, ਤੇ ਉਹ ਕੀ ਕਰਦੇ ਨੇ? ਰੋਜ਼ ਹੀ ਤਾਂ ਨੂੰ ਸੁੱਟ ਲੈਂਦੇ ਨੇ। ਮਤਲਬ ਰੱਬ ਉੱਪਰ ਹੈ, ਉਹ ਕਹਿੰਦੇ ਵੀ ਚਲੋ ਜਿੰਨੇ ਰੱਬ ਦੇ ਹੋਣਗੇ ਤਾਂ ਲੈ ਲੇਗਾ, ਜਿਹੜੇ ਥੱਲੇ ਡਿੱਗੇ ਹੋ ਮੇਰੇ। ਇਸ ਮਨ ਦੀ ਚਤੁਰਾਈ ਨਾਲ, ਇਸ ਮਨ ਦੀ ਚਲਾਕੀ ਨਾਲ ਅਸੀਂ ਧਰਮ ਨੂੰ ਜਦੋਂ ਕਰਦੇ ਹਾਂ ਤੇ ਇਹ ਪਖੰਡ, ਇਸ ਤੋਂ ਇਲਾਵਾ ਇਹ ਕੁਝ ਵੀ ਨਹੀਂ ਹੈ। ਤੁਹਾਡੀਆਂ ਡਿਊਟੀਆਂ, ਤੁਹਾਡੇ ਜ਼ਿੰਮੇਵਾਰੀਆਂ ਹੀ ਤੁਹਾਡਾ ਧਰਮ ਹੈ। ਤੁਹਾਡੇ ਗੇਟ ਤੇ ਖਲੋਤਾ ਤੁਹਾਡਾ ਵਾਚਮੈਨ ਆਪਣਾ ਧਰਮ ਕਮਾ ਸਕਦਾ ਹੈ। ਜੇ ਉਹ ਸਾਰੀ ਰਾਤ ਜਾਗਦਾ ਰਹੇ ਤਾਂ ਉਹਦਾ ਧਰਮ ਹੀ ਇੰਨਾ ਹੈ। ਮਾਲਕ ਨੇ ਕਿਹਾ ਵੀ ਜਾਗਦੇ ਰਹਿਣਾ, ਇੱਥੇ ਗੇਟ ਤੇ ਖੜੇ ਹੋਣਾ ਹੈ ਭਾਈ, ਇਹ ਉਹਦਾ ਧਰਮ ਹੀ ਇੰਨਾ ਹੈ। ਤੇ ਜੇ ਉਹ ਸੌਂ ਜਾਵੇ, ਰਾਤ ਨੂੰ ਆਸੇ-ਪਾਸੇ ਫਿਰ ਤੁਰ ਚਲਾ ਜਾਵੇ, ਇਹ ਧਰਮ ਨਹੀਂ ਹੈ। ਵੈਸ਼ਨਵ ਸਾਧੂ ਨੇ ਪੁੱਛਿਆ ਵੀ ਅਮਰਦਾਸ ਤੇਰਾ ਗੁਰੂ ਕੌਣ ਹੈ? ਤੇ ਉਹਨੇ ਕੀ ਕਿਹਾ? ਕਹਿਣ ਲੱਗਾ ਜੀ ਮੈਂ ਤੇ ਅਜੇ ਕੋਈ ਗੁਰੂ ਧਾਰਨ ਹੀ ਨਹੀਂ ਕੀਤਾ, ਅਜੇ ਮੈਂ ਕੋਈ ਗੁਰੂ ਧਾਰਨ ਨਹੀਂ ਕੀਤਾ। ਵੈਸ਼ਨਵ ਸਾਧੂ ਕਹਿਣ ਲੱਗਾ ਜੀ ਇਹ ਗੱਲ ਮੈਨੂੰ ਪਹਿਲਾਂ ਪੁੱਛਣੀ ਚਾਹੀਦੀ ਸੀ, ਮੇਰੇ ਤੋਂ ਗਲਤੀ ਹੋ ਗਈ, ਔਰ ਮੇਰੇ ਕੀਤੇ ਹੋਏ ਧਰਮ ਕਰਮ ਅੱਜ ਸਾਰੇ ਨਿਸਫਲ ਚਲੇ ਗਏ। ਮੈਂ ਜੋ ਕੁਝ ਵੀ ਕੀਤਾ ਉਹ ਸਾਰਾ ਹੀ ਗਿਆ। ਅਸੀਂ ਇਹਨਾਂ ਗੱਲਾਂ ਨੂੰ ਬਹੁਤਾ ਅਹਿਮੀਅਤ ਨਹੀਂ ਦਿੰਦੇ। ਇੱਦਾਂ ਕਿੱਦਾਂ ਚਲੇ ਗਏ ਜੀ? ਸ਼ਾਇਦ ਸਾਨੂੰ ਨਹੀਂ ਪਤਾ। ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਹਰ ਬੰਦਾ ਗੁਰੂ ਨਹੀਂ ਹੈ। ਦੇਖੋ ਮੈਂ ਆਪਣੇ ਨਾਲ ਲਿਖ ਲਵਾਂ, ਮੈਂ ਗੁਰੂ ਥੋੜਾ ਬਣ ਜਾਵਾਂਗਾ। ਗੁਰੂ ਸਿਰਫ ਸਤਿਗੁਰੂ ਹੈ। ਹਰ ਵਿਅਕਤੀ ਗੁਰੂ ਨਹੀਂ ਹੈ। ਸਾਡੇ ਤੇ ਹਿੰਦੁਸਤਾਨ ਦੀ ਹਾਦੀ ਹੋਈ ਪਈ ਹੈ। ਹਰ ਚੌਥਾ, ਹਰ ਪੰਜਵਾਂ ਬੰਦਾ ਆਪਣੇ ਆਪ ਨੂੰ ਗੁਰੂ ਕਹੀ ਜਾਂਦਾ ਹੈ ਕਿ ਮੈਂ ਗੁਰੂ ਹਾਂ ਜੀ।
ਤਾਂ ਇਹੋ ਜਿਹੇ ਕਈ ਗੁਰੂ ਆ ਜੇਲ੍ਹ ਵਿੱਚ ਵੀ ਨੇ। ਇੱਕ ਗੁਰੂ ਨੇ ਵੀ ਗੱਲ ਕਹੀ ਸੀ ਨਾ, ਉਹ ਹੈਲੀਕਾਪਟਰ 'ਚ ਬੈਠਾ, ਕਿਤੇ ਉਹਨੇ ਪਾਇਲਟ ਨੇ ਕਿਹਾ ਗੁਰੂ ਜੀ तिहाड़ जेल आ गई, कहता लगाओ लगाओ इसका चक्कर लगाओ, कभी इधर भी आना पड़ सकता है। बाबा नानक भी तो गए थे पर बाबा नानक तेरे वर्गे काम नहीं सी करता, जिन्हें तू गंदे काम करदे बाबा नानक नहीं सी करता। मतलब हद हो गई, ये लोग बाबे नानक की रीस करनगे। सब ते वड्डा सतगुरु नानक। ये तो साडे पिंडां 'च कहंदे हुंदे सी, कहंदे डड्डियां भी खुरियां लवाउण तुर पईयां भी असीं भी घोड़ी बन जावांगियां। वो हालत होई पई है। गुरु बनन वास्ते त्याग करना पैंदा है, भगती करनी पैंदी है। धन धन गुरु जिन नाम आराध्या, आप तरिया जिनी डिठा तिना लै छड़ाए। गुरु दे दर्शनां दा इन्ना पुन फल है। इस घटना ने भाई अमरदास दे जीवन नूं झंझोड़ दिता। असल विच है की सी, जिहड़ी गल नूं शायद आम करके असीं समझण नूं तैयार नहीं है। ये ठीक है कि भाई अमरदास दा गुरु कोई नहीं सी, पर इत्थे आके की होया, पूरब कर्म अंकुर जब प्रगटे। वो जिहड़ा 19-20 साल उन्हें धर्म कमाया सी ना अपने वालों, और जिन्नी को उन्होंने समझ सी बड़ी ईमानदारी नाल कमाया, क्योंकि उहदे विच कोई वाल छाल नहीं सी, कोई फरेब नहीं सी। सतगुरु की बाणी च एक पंक्ति आउंदी है, ओमी साधना मारी है, तो दूजी पंक्ति आउंदी है, पढ़िया मूर्ख आखी है। जिस लभ लोभ अहंकारा, होवे पढ़िया ते होवे लालची, होवे पढ़िया लिखिया ते होवे हंकारी। वो मूर्ख है, क्योंकि पढ़ाई लिखाई ने तो दसना सी भाई, पढ़े लिखे कोल तो ज्ञान होना चाहिए ना। तो जो फिर भी लालची ते हंकारी है तो मूर्ख है। सतगुरु कहते ओम ही साधना मारी है। जिन्हों केवल ओम अक्षर आउंदा है, बाकी उन्होंने कोई इधर उधर की गल नहीं आउंदी, वो दोष मुक्त है। अगर भाई अमरदास के जीवन के धर्म कर्म ठीक ना होंदे ते उस वैष्णव साधु का कहना जिहड़ा सी उन्हें सही चोट नहीं सी मारनी। मैं इसे स्थान ते बैठ के कई बारी बेनती की है, फर्क है। बिजड़े ने बांदर नूं कहा कि तू सारा साल कढ़ लिया, एक टपूसी इधर मारी, एक इधर मारी, एक इधर मारी, एक इधर मारी, वेख मैं तेरे सामने एक एक घाह का तीलक चुगया है, पूरा साल मेहनत की है, पर अज इस झखड़ विच, हनेरी विच, मीह विच, इस कोरे ठट्ठे विच कहंदा वेख मैं कितना सुखी बैठा, कितना सुरक्षित बैठा मैं। जिन्नी मर्जी नेरी चली जाए, जिन्ना मर्जी मीह पई जाए, तो तू दरखत की टाहनी ते बैठा ठर रहा है। तो अगों बांदर ने नहीं सी कहा कि वीर जी थैंक यू थोड़ा, मैं तुहाडी नसीहत पल्ले बन्नागा, जो समा बीत गया सो बीत गया, और जिवें मीह हटेगा मैं भी तुहाडे वांग मेहनत करके अपना घर बनावांगा ना। उन्हें नहीं सी कहा, उन्हें अगों ये कहा सी मीह हट लैण दे। हुण बिजड़े ने सोचा भी शायद अपना घर बनाएगा, उन्हें कहा वेख मीह हट लैण दे, मेरा घर बने या ना बने पर तेरा जरूर तोड़ देंगा।
ਵੀ ਤੇਰੀ ਡਾਹਣੀ ਤੋੜ ਕੇ ਸੁੱਟ ਦਿਆਂਗਾ ਫਿਰ ਜਿਹੜਾ ਤੂੰ ਮੈਨੂੰ ਪਾਠ ਪੜ੍ਹਾਉਣਾ ਹੈ ਨਾ, ਜਿਹੜਾ ਤੂੰ ਮੈਨੂੰ ਗਿਆਨ ਦਿੰਦਾ ਹੈ। ਤੁਸੀਂ ਕਦੇ ਵੇਖ ਲਿਓ ਬਦਕਿਸਮਤ ਇਨਸਾਨ ਨੂੰ ਤੁਸੀਂ ਕੋਈ ਗੱਲ ਕਹੋਗੇ ਨਾ, ਉਹ ਕਹੇਗਾ ਚੱਲ ਚੱਲ ਤੇਰੇ ਵਰਗੇ 20 ਵੇਖੇ ਨੇ। ਇਹ ਸਮਝ ਲੈਣਾ ਇਸ ਬੰਦੇ ਦੀ ਕਿਸਮਤ ਮਾੜੀ ਹੈ। ਪਰ ਜੇ ਕਿਸਮਤ ਚੰਗੀ ਹੋਏਗੀ ਤੇ ਕੋਈ ਵਿਅਕਤੀ ਆ ਕੇ ਤੁਹਾਨੂੰ ਟੋਕੇਗਾ, ਰੋਕੇਗਾ, ਤੇ ਤੁਸੀਂ ਹੱਥ ਜੋੜ ਕੇ ਕਹੋਗੇ ਵੀਰ ਜੀ ਬਹੁਤ ਧੰਨਵਾਦ ਤੁਹਾਡਾ। ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਆਗਾਹ ਕੀਤਾ ਹੈ। ਉਸ ਦਿਨ ਤੋਂ ਭਾਈ ਅਮਰਦਾਸ ਦੀ ਇੱਕ ਯਾਤਰਾ ਸ਼ੁਰੂ ਹੋ ਗਈ ਕਿ ਮੈਂ ਗੁਰੂ ਵਾਲੇ ਬਣਨਾ ਹੈ। ਕਿਸਮਤ ਚੰਗੀ ਸੀ, ਗੱਲ ਸਿੱਧੀ ਸਮਝ ਆਈ, ਪੁੱਠੀ ਸਮਝ ਨਹੀਂ ਆਈ। ਉਹਦਾ ਕਾਰਨ ਸੀ ਕਿ ਉਹਨਾਂ ਦਾ ਜੀਵਨ ਉਸ ਜਾਨਵਰ ਵਰਗਾ ਨਹੀਂ ਸੀ। ਉਹਨਾਂ ਦਾ ਜੀਵਨ ਜਿਹੜਾ ਸੀ ਇੱਕ ਧਰਮੀ ਜੀਵਨ ਸੀ, ਬਿਲਕੁਲ ਨਿਸ਼ਕਪਟ। ਉਹ ਤੀਰਥਾਂ ਦੀ ਯਾਤਰਾ ਕਰਦੇ ਸੀ, ਨਿਸ਼ਕਪਟ ਇਸ਼ਨਾਨ ਕਰਦੇ ਸੀ, ਦਾਨ ਪੁੰਨ ਵੀ ਕਰਦੇ ਸੀ। ਠੀਕ ਹੈ, ਉਹਨਾਂ ਨੂੰ ਨਹੀਂ ਸੀ ਪਤਾ ਕਿ ਗੁਰੂ ਵਾਲੇ ਹੋਣਾ ਜ਼ਰੂਰੀ ਹੈ। ਹੁਣ ਗੁਰੂ ਕੀ ਕਰਦਾ ਹੈ? ਗੁਰੂ ਤੁਹਾਨੂੰ ਜ਼ਿੰਦਗੀ ਦੇ ਨੈਗੇਟਿਵ ਪੋਜ਼ਿਟਿਵ ਸਮਝਾਉਂਦਾ ਹੈ, ਜੇ ਗੱਲ ਕਿਤੇ ਸਮਝ ਆਉਂਦੀ ਹੋਵੇ ਤਾਂ। ਵੇਖੋ, ਸਵਾਲ ਇਹ ਨਹੀਂ ਹੈ ਕਿ ਤੁਸੀਂ ਸੜਕ ਦੇ ਉੱਤੇ ਸਟੀਅਰਿੰਗ ਫੜ ਕੇ ਗੱਡੀ ਕਿੰਨੀ ਭਜਾ ਸਕਦੇ ਹੋ। ਸਵਾਲ ਤੇ ਇਹ ਹੈ ਕਿ ਜਦੋਂ ਇੱਕਦਮ ਕੋਈ ਅੱਗੋਂ ਆ ਗਿਆ ਤੇ ਉਦੋਂ ਕੀ ਕਰਨਾ ਹੈ। ਤੁਸੀਂ ਰੋਡ ਤੇ ਵੇਖਿਆ ਹੋਏਗਾ 100 ਚੋਂ 99 ਆਦਮੀ ਆਪਣੀ ਗੱਡੀ ਦੀ ਬ੍ਰੇਕ ਲਾ ਲੈਣਗੇ, ਪਰ ਫਿਰ ਮਗਰੋਂ ਕੀ ਹੋਏਗਾ? ਮਗਰੋਂ ਦਾੜ 25-30 ਗੱਡੀਆਂ ਮਗਰ ਟੁੱਟ ਜਾਣਗੀਆਂ। ਪਰ ਮੂਰਖਤਾ ਕਿਹਦੀ ਹੈ? ਮੂਰਖ ਦਾ ਜਿਹਨੇ ਐਮਰਜੈਂਸੀ ਬ੍ਰੇਕ ਮਾਰੀ ਹੈ। ਉਹਨੇ ਅੱਗੋਂ ਵੇਖਿਆ, ਉਹਨੇ ਨਹੀਂ ਵੇਖਿਆ ਮਗਰ ਮੇਰੇ ਮਗਰ ਵੀ ਸੰਸਾਰ ਭੱਜਾ ਹੁੰਦਾ ਹੈ। ਤੇ ਜੇ ਕਿਤੇ ਉਹਨੇ ਪਹਿਲਾਂ ਅਗਲੀ ਸਪੀਡ ਕੰਟਰੋਲ ਕੀਤੀ ਹੁੰਦੀ, ਫਿਰ ਬ੍ਰੇਕ ਮਾਰਨ ਲੱਗਿਆ, ਮਗਰ ਵੀ ਸ਼ੀਸ਼ੇ 'ਚ ਵੇਖਿਆ ਹੁੰਦਾ। ਉਹ ਮਗਰ ਵਾਲੇ ਸ਼ੀਸ਼ੇ ਇਸੇ ਕੰਮ ਲਈ ਹੁੰਦੇ ਨੇ ਕਿ ਵੀ ਧਿਆਨ ਰੱਖੋ ਤੁਹਾਡੇ ਮਗਰ ਵੀ ਦੁਨੀਆ ਹੈ। ਫਿਰ ਕੀ ਹੋਇਆ? ਇਹ ਗੁਰੂ ਅਮਰਦਾਸ ਮਹਾਰਾਜ ਦੇ ਜੀਵਨ ਤੋਂ ਸਾਨੂੰ ਸਮਝ ਆਉਂਦੀ ਹੈ ਕਿ ਜਿੱਦਣ ਤੁਸੀਂ ਲੱਭਣ ਤੁਰੋਗੇ ਤੁਹਾਨੂੰ ਲੱਭ ਜਾਏਗਾ। ਅਗਰ ਤੁਸੀਂ ਨਹੀਂ ਲੱਭਣਾ ਚਾਹੋਗੇ ਤੇ ਤੁਹਾਡੇ ਘਰ 'ਚ ਪਈ ਚੀਜ਼ ਵੀ ਜਿਹੜੀ ਹੈ ਉਹ ਤੁਹਾਡੇ ਨਾ ਧਿਆਨ 'ਚ ਆਏਗੀ, ਨਾ ਤੁਹਾਡੇ ਕੰਮ 'ਚ ਆਏਗੀ। ਹੁਣ ਕੀ ਹੋਇਆ? ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਤਾ। ਸਕੇ ਭਰਾ ਦੀ ਨੋ ਘਰ ਵਿੱਚ ਹੀ ਜਪਜੀ ਸਾਹਿਬ ਦਾ ਪਾਠ ਕਰਦੀ, ਰੋਜ਼ ਦੁੱਧ ਰਿੜਕਦੀ ਹੈ। ਹੁਣ ਨਹੀਂ ਮਤਲਬ ਸੀ ਤੇ ਨਹੀਂ ਸੀ, ਪਰ ਜਦੋਂ ਹੁਣ ਗੁਰੂ ਦੇ ਮੁਤਲੈਸ਼ੀ ਹੋ ਕੇ ਤੁਰੇ, ਘਰ ਦੇ ਵਿੱਚ ਭਰਾ ਦੀ, ਬੇਟੇ ਦੀ ਵਹੁਟੀ, ਭਰਾ ਦੀ ਨੂੰਹ, ਇਉਂ ਕਹਿ ਲਈਏ ਆਪਣੀ ਘਰ ਦੀ ਬਹੂ, ਕਿਉਂਕਿ ਪਹਿਲਾਂ ਜੁਆਇੰਟ ਫੈਮਲੀਆਂ ਰਹਿੰਦੀਆਂ ਸੀ। ਘਰ ਵਿੱਚੋਂ ਹੀ ਜਦੋਂ ਘਰ ਦੀ ਇੱਕ ਬਹੂ ਨੂੰ ਪਾਠ ਕਰਦੇ ਸੁਣਿਆ, ਉਸ ਪਾਠ ਦੇ ਰਸ ਨੇ ਅੰਤਰ ਆਤਮਾ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਤੇ ਜਾ ਕੇ ਪੁੱਛ ਲਿਆ, ਧੀਏ ਕੀ ਪੜ੍ਹਦੀ ਹੈ? ਉਹਨਾਂ ਕਿਹਾ, ਪਿਤਾ ਜੀ ਮੈਂ ਜਪਜੀ ਪੜ੍ਹਦੀ ਹਾਂ। ਇਹ ਪੁੱਤਰ ਤੈਨੂੰ ਕਿਹਨੇ ਦਿੱਤਾ ਹੈ? ਇਹ ਮੈਨੂੰ ਪਿਤਾ ਜੀ ਨੇ ਦਿੱਤਾ ਹੈ। ਇਹ ਪਾਠ ਕਿਹਦਾ ਹੈ? ਆਖਿਆ, ਪਿਤਾ ਜੀ ਇਹ ਪਾਠ ਗੁਰੂ ਨਾਨਕ ਦਾ ਹੈ, ਪਰ ਮੇਰੇ ਪਿਤਾ ਗੁਰੂ ਅੰਗਦ ਸਾਹਿਬ ਨੇ ਕਿਹਾ ਵੀ ਇਹ ਧੀਏ ਰੋਜ਼ ਪੜ੍ਹਨਾ ਹੈ। ਕਹਿਣ ਲੱਗੇ, ਪੁੱਤਰ ਮੈਨੂੰ ਆਪਣੇ ਪਿਤਾ ਕੋਲ ਲੈ ਕੇ ਚੱਲ। ਖਡੂਰ ਸਾਹਿਬ ਆ ਗਏ। ਅੱਜ ਗੁਰੂ ਅਮਰਦਾਸ ਪਿਤਾ ਮਹਾਰਾਜ ਦੀ ਉਮਰ ਜਿਹੜੀ ਹੈ
वो 60 साल के करीब है। तो गुरु अंगद साहब जी की उम्र बहुत छोटी है, तकरीबन अद्धी उम्र है। इतिहास कहता है कि ऐसे गुरु कोल आए जिहड़े सतगुरु की बाणी के पाठ ने ना कि सो गुर करो जे बहुर ना करना। सानू तो गुरु का भी नवा वर्जन चाहिए, जिवें वो टैलीफोना दे आ गए, टीवियां दे आ गए, फ्रिजां दे आ गए। असीं खुद ही चाहुंदे भी अगले साल नवा वर्जन गुरु का आना चाहिए। अज जिवें करोने का नवा वर्जन आया, सानू गुरु का भी नवा वर्जन चाहिए। नहीं, गुरु जिंदगी में एक बारी किया जाता है। गुरु अंगद साहब नूं अपना गुरु बना लिया तो 12 साल सेवा की। तो मैं हमेशा बेनती करदा, साडी ते सेवा दी जिहड़ी उम्र है वो सिर्फ 40 दिन है, सवा महीना। 40 दिन साडा कोई शब्द नहीं है। 40 दिन एक शब्द है, वो हनुमंत जी का चलीसा है, सनातन मत का। श्री रामचंद्र जी का बहुत प्यारा भगत हनुमंत, उन्हों का कहा जाता है भी उन्हों का चलीसा है। साडा तो कोई चलीसा है ही नहीं, पर तुहानूं आम बंदे मिलणगे गुरुद्वारे असीं चलीसा रखिया होया है जी। नहीं, इत्थे तो 4 काम रोज करने ने। अंतर गुर आराधना, जेवा जप गुर नाओ, नेतरी सतगुर पेखना, श्रवणी सुनना गुर नाओ। तो 40 दिन कित्थों आ गया? गुरु अमरदास ने 12 साल सेवा की है। तो 12 साल बाद भी पता लोगों ने की किया? रात का वेला है, गागर भर के जल दी लैके आ रहे ने। उम्र कितनी है? 72 साल। कदे घर च कोई 72 साल का बजुर्ग होवे तो उहदे अल वेखियो जरूर एक बारी नीज ला के भी बापू तेरे जिहड़े सी गुरु अमरदास जदों गुरु बने ने। गागर सिर ते पानी दी चुकी है तो डिग पई। मीह सी, हनेरी सी, रस्ते च पानी सी, जलाए वो किलियां गड्ढ के रस्ते विच तो खड्डी लाउंदे सी, कपड़े बुनदे सी। उस डंडे नाल पैर नूं ठेडिया लगा तो डिग पे। हुण चिक्कड़ दे विच जदों पानी दी भरी गागर डिगी है तो आवाज़ तो आउणी सी। तो जलाए ने अपनी घरवाली जलाई नूं पुछया भी कौन है, वेखा भला कोई चोर तो नहीं। तो जलाई सुती सुती कहती है, उठी नहीं, उठ के वेख्या नहीं उन्हें। उस तरह ही मंजी ते लम्मी पई अगों कहती है, कहती सौ जा, ये इन्ने मीह झक्खड़ विच चोरां दा की काम है? ये तो अमरू नथावा होएगा जिहड़ा 2 रोटियां दी खातर रोज कुड़मां दी गागर ढोंदा है। क्योंकि रिश्तेदारी विच कुड़म सन गुरु अंगद साहब। ते अगों गुरु अमरदास जी ने की किया? असी थोड़ी जी सेवा करके ना शोभा चाहुंदे आ, महिमा। पर मैं तो पहला ताबिया बैठ के भी बेनती की थी, तो अलूणी सिल है, सेवा करोगे तो इसका स्वाद कोई नहीं हैगा, अलूणी है। जिवें तुसीं सलाद कट लिया, फ्रूट कट लिया, जे उहदे उत्ते नमक नहीं पाया, कोई चाट मसाला नहीं पाया तो की है? कुछ भी नहीं हैगा। हुण चाट बना के तो जिन्ना मर्जी दुनिया नूं चटा दिओ, तो बिना लूण मसाले तो मूली कट के, खीरा कट के, वंगा कट के, तरह कट के दिओगा, किसी खाण नूं खांदा है कोई? बिना लूण तो लोग केले नहीं खाते। सेवा तो अलूणी सेल है जिसका स्वाद ही कोई नहीं है। क्योंकि सेवा करत होए नेह कामी। अज बड़े सारे लोग तुहानूं मिलणगे, असी जी सेवा करते हैं। बिल्कुल ठीक है जी, तुहाडा काम धंधा की है जी? मुड़ के पता लगता भी काम धंधा भी इहो ही है।
मैं कल भी बेनती की सी, सिख का किरती होना बहुत जरूरी है। सिख का किरती होना बहुत जरूरी है, जां इयों कह लईए कि सिख होने वास्ते किरत करनी बड़ी जरूरी है। मंग के रोटियां खाने वाला सिख नहीं हो सकता। सिख तो वो है जिहड़ा वंड छकदा है। इहो जे होवो तुसी दूजे नाल वंड सको। गुरु अमरदास ने अगों आख्या सी, कंवलिए झल्लीए मैं नथावां नहीं आ, मेरे वर्गी थां ते किसी भागा वाले नूं मिलदी है। ये की सी? हुण तक भरोसा आ गया सी। ते जे ये सिदक ना आया हुंदा ते उदण ही गागर चुक के मारनी सी भी जे जलाया ने भी मैनू ताने मेहने देने ने ते मैनू गागर ढोण दी की लोड़ है। मैं फिर बेनती करा, एक शब्द असी अंग्रेजी का बड़ा वधिया वरतते हैं, गुड लक बैड लक। इनू अपने घरों समझण की कोशिश करो। तुहाडा बच्चा स्कूल जाता है, तुहाडे बच्चे नू सब कुछ आउंदा है, तुहाडा बच्चा अगे बैठेगा। मास्टर ने सवाल पूछया, उन्हें मगरले बच्चे नू कहा भी उठ के दस काका इस सवाल का की जवाब है। फिर कोई गल आई, उन्हें दूजे नू पुछ लिया, तीजे नू पुछ लिया। तुहाडा बच्चा घर आके की कहेगा? आके कहेगा कि मम्मी पता नहीं मैनू टीचर सवाल क्यों नहीं पूछता, मैं सारा ही काम करके जाना। तो जिदन वो पूछ लेगा उधर खुश हो जाएगा भी अज टीचर ने मैनू पूछया तो मैं फिर उन्होंने सारा पाठ सुनाया। वो खुश होएगा कि टीचर ने मैनू पूछया। हुण एक तुहाडे घर च एक नलैक बच्चा है, उन्होंने आउंदा कुछ भी नहीं। मास्टर पूछया भी काका उठ के दस, हुण उन्होंने कुछ आउंदा होवे ते तां ही है। मास्टर ने कहा भी इसे जिस बेंच ते बैठा है इसे ते उठ के खड़ा हो जा। हुण वो बच्चा घर आके पता की कहता है, मास्टर ते मेरे मगर हथ धो के ही पै गया है। तो माँ प्यो की करते हैं? माँ प्यो भी यही सोचते हैं भी पता नहीं मास्टर साडे बच्चे का क्यों दुश्मन हो गया है। दुश्मन मास्टर नहीं होया, तुहाडे बच्चे की बदकिस्मती है, बैड लक है। गुड लक ओदी है जिहड़ा सवाल पुछण ते खुश हुंदा है, ते बैड लक ओदी है जिहड़ा पुछण तो फिर वो कहंदा भी शायद पता नहीं मास्टर ने मेरे तो की लेना, मेरे मगर क्यों हथ धो के पै गए। जदों सानू गुस्सा आउंदा है ना, उदों साडी बदकिस्मती है। गुरु अमरदास ने गागर भवा के नहीं सुटी, सगों बड़े मान नाल कहा कि मैं नथावां नहीं आ, मेरे वर्गी थां ते किसी भागां वाले नूं मिलदी है। वापस आए तो गुरु साहब नूं दस्सिया कि महाराज मैं तो अज डिग पिया। ते जन्म साखी दे करते ने बड़े भावपूर्त शब्द लिखे ने। होर भी इतिहासकारां ने जिहड़े साडे इतिहासक सोमे ने उन्हां च लिखिया है कि गुरु अंगद साहब कहण लगे, भाई अमरदास असीं ते उड़ीकदे सां भी तू कदों डिग पवें तां असीं तैनूं चुक लईए, क्योंकि पक्के फल की निशानी ये है कि वह डिग पैंदा है। ये गल सतगुरु की बाणी च भी लिखी है कि ज्यों बन फल पाके भोए गिरे, जदों फल पक जाता है वो जमीन ते डिग पैंदा है। आख्या अमरदास ये पक्के फल की निशानी है डिग पैना। गुरु अमरदास गुरु बन गए। तो मैं फिर बेनती करा, अज ये बड़ा काम चल रहा है कि गुरु अंगद साहब ने गुरु अमरदास जी को 12 बख्शिशां कीतियां। वो भरावा तेरा कैलकुलेटर छोटा है, तेरी गिनती मुक गई क्योंकि तेनों भाड़ा आउंदा ही 12 तक है। पुछो गुरु अमरदास जी को जिन्नियां बख्शिशां सी बाकी किन्ने कीतियां? 12 तो गुरु अंगद साहब ने कीतियां, ते उदों अगे जिहड़ी 13वीं 14वीं 15वीं 16वीं 17वीं वो किन्ने कीती?
मैं 12 ਦੀ ਕੋਈ ਨੁਕਤਾਚੀਨੀ ਨਹੀਂ ਕਰਦਾ, ਉਹ ਠੀਕ ਹੈ ਜਿੰਨੀ ਸਾਨੂੰ ਸਮਝ ਆਈ ਹੈ। ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਸੀ ਕਿ ਮਹਾਰਾਜ ਇਹ ਜਿਹੜੇ ਹਿੰਦੂ ਨੇ ਮੁਸਲਮਾਨ ਨੇ, ਕੋਈ ਕਹਿੰਦਾ ਵੀ ਆਕਾਸ਼ 7 ਨੇ, ਕੋਈ ਕਹਿੰਦਾ 14 ਹੈ, ਕੋਈ ਕਹਿੰਦਾ ਜੀ ਪਤਾਲ 7 ਨੇ, ਕੋਈ ਕਹਿੰਦਾ 14 ਹੈ, ਤੇ ਮਹਾਰਾਜ ਦੱਸੋ ਇਹਨਾਂ ਚੋਂ ਠੀਕ ਕੌਣ ਹੈ? ਸਤਿਗੁਰੂ ਕਹਿੰਦੇ ਦੋਵੇਂ ਠੀਕ ਨਹੀਂ ਹੈਗੇ, ਕਿਉਂਕਿ ਇਹ ਰਕਮ ਠੀਕ ਨਹੀਂ ਹੈਗੀ। ਪਰ ਦੂਜੀ ਗੱਲ ਕਿ ਸਤਿਗੁਰੂ ਕਹਿੰਦੇ ਵੀ ਦੋਵੇਂ ਠੀਕ ਨੇ। ਉਹ ਕਹਿੰਦੇ ਜੀ ਠੀਕ ਕਿਉਂ ਨਹੀਂ ਹੈਗੇ ਤੇ ਠੀਕ ਕਿਵੇਂ ਹੈਗੇ ਨੇ? ਸਤਿਗੁਰੂ ਕਿਹਾ ਵੀ ਇਹ ਪਤਾਲ ਲੱਖ, ਆਗਾਸਾਂ ਆਗਾਸ, ਲੱਖਾਂ ਹੀ ਪਤਾਲ ਨੇ, ਲੱਖਾਂ ਹੀ ਆਗਾਸ ਨੇ, ਠੀਕ ਤੇ ਹੈ। ਇਸ ਕਰਕੇ ਦੋਵੇਂ ਗੱਲਾਂ ਠੀਕ ਨਹੀਂ, ਪਰ ਇਹ ਦੋਵੇਂ ਠੀਕ ਨੇ। ਆਖਿਆ ਦੋਵੇਂ ਕਿਵੇਂ ਠੀਕ ਹੋ ਸਕਦੇ ਨੇ ਫਿਰ? ਆਖਿਆ ਭਾਈ ਜਿਹਨੇ 7 ਵੇਖੇ ਉਹਨੇ 7 ਕਹਿ ਦਿੱਤੇ, ਜਿਹਨੇ 14 ਵੇਖੇ ਉਹਨੇ 14 ਕਹਿ ਦਿੱਤੇ, ਤੇ ਜਿਹਨੇ 15ਵਾਂ ਵੇਖਿਆ ਹੀ ਨਹੀਂ ਉਹ ਕਵੇ ਵੀ ਕਿਵੇਂ? ਸਾਡੀ ਗਿਣਤੀ 12 ਤੇ ਮੁੱਕੀ ਹੈ। ਗੁਰੂ ਅੰਗਦ ਸਾਹਿਬ ਦੀਆਂ ਬਖਸ਼ਿਸ਼ਾਂ 12 ਤੇ ਨਹੀਂ ਮੁੱਕਦੀਆਂ। ਸਾਨੂੰ ਅਸਲ 'ਚ ਆਦਤ ਪੈ ਗਈ, ਅਸੀਂ ਹਰ ਗੱਲ ਨੂੰ ਨਾ ਗਿਣਤੀ 'ਚ ਪਾ ਲੈਂਦੇ ਹਾਂ। ਇਹ ਸ਼ਬਦ ਅਸੀਂ ਜੋੜੇ ਨੇ, ਜੁੜੇ ਹੀ ਸਾਡੇ ਕੋਲ 12 ਨੇ, 13ਵਾਂ ਜੁੜਦਾ ਹੀ ਨਹੀਂ ਹੈ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਗਤਿਆਂ ਦੀ ਗਤ, ਨਿਪੱਤਿਆਂ ਦੀ ਪੱਤ, ਨਿਧਰਿਆਂ ਦੀ ਧਿਰ, ਨਿਆਸਰਿਆਂ ਦੇ ਆਸਰੇ, ਉਹ 12 ਕੁ ਤੱਕ ਜਾਈਦੇ, ਅੱਗੋਂ ਗੱਲ ਜੁੜਦੀ ਨਹੀਂ ਜੁੜਦੀ ਤਾਂ ਅਸੀਂ ਸੋਚਿਆ ਵੀ ਗੁਰੂ ਅੰਗਦ ਸਾਹਿਬ ਦੀਆਂ ਬਖਸ਼ਿਸ਼ਾਂ ਹੀ ਮੁੱਕ ਗਈਆਂ। ਨਹੀਂ, ਉਹਦਾ ਖਜ਼ਾਨਾ ਨਹੀਂ ਮੁੱਕਿਆ, ਸਾਡਾ ਕੈਲਕੂਲੇਟਰ ਮੁੱਕ ਗਿਆ, ਸਾਡੀ ਗਿਣਤੀ ਮਿਣਤੀ ਖਤਮ ਹੋ ਗਈ, ਸਾਨੂੰ ਇਹਦੋਂ ਅੱਗੇ ਪਹਾੜਾ ਹੀ ਨਹੀਂ ਸੀ ਆਉਂਦਾ। ਮੈਂ ਤਾਂ ਬਹੁਤ ਵਾਰੀ ਬੇਨਤੀ ਕੀਤੀ ਵੀ ਇੱਕ ਅਨਪੜ੍ਹ ਸੀ, ਇੱਕ ਪੜ੍ਹਿਆ ਲਿਖਿਆ ਸੀ। ਹੁਣ ਪੜ੍ਹੇ ਲਿਖੇ ਨੂੰ ਅਨਪੜ੍ਹ ਨੇ ਪੁੱਛਿਆ ਵੀ ਤੂੰ ਕਿੰਨਾ ਪੜ੍ਹਿਆ ਹੈ? ਕਹਿੰਦਾ ਬਹੁਤ ਪੜ੍ਹਿਆ ਮੈਂ। ਕਹਿੰਦਾ ਫਿਰ ਤੂੰ 10 ਪੜ੍ਹਿਆ ਹੋਏਗਾ? ਕਹਿੰਦਾ ਨਹੀਂ ਭਾਜੀ ਮੈਂ ਬਹੁਤ ਪੜ੍ਹਿਆ। ਕਹਿੰਦਾ ਅੱਛਾ ਫਿਰ ਤੂੰ 12 ਪੜ੍ਹਿਆ ਹੋਏਗਾ? ਕਹਿੰਦਾ ਨਹੀਂ ਮੈਂ ਦੱਸਿਆ ਨਾ ਮੈਂ ਬਹੁਤ ਪੜ੍ਹਿਆ। ਉਹ ਕਹਿੰਦਾ ਫਿਰ ਤੂੰ 14 ਪੜ੍ਹਿਆ ਹੋਏਗਾ? ਕਹਿੰਦਾ ਨਹੀਂ ਭਾਜੀ ਮੈਂ ਜ਼ਿਆਦਾ ਪੜ੍ਹਿਆ। ਕਹਿੰਦਾ ਫਿਰ ਤੂੰ 16 ਪੜ੍ਹਿਆ ਹੋਏਗਾ? ਉਹ ਕਹਿੰਦਾ ਨਹੀਂ ਮੈਂ 16 ਤੋਂ ਵੀ ਜ਼ਿਆਦਾ ਪੜ੍ਹਿਆ। ਉਹ ਕਹਿੰਦਾ ਇਦੋਂ ਅੱਗੇ ਤੇ ਪੜ੍ਹਾਈ ਨਹੀਂ ਹੁੰਦੀ, ਤੂੰ ਕਿਵੇਂ ਪੜ੍ਹ ਗਿਆ? ਹੁਣ ਉਹਨੂੰ ਕੀ ਪਤਾ ਵੀ ਮਾਸਟਰ ਕੀ ਹੁੰਦੀ ਹੈ, ਉਹਨੂੰ ਕੀ ਪਤਾ ਵੀ ਐਮਫਿਲ ਕੀ ਹੁੰਦੀ ਹੈ, PhD ਕੀ ਹੁੰਦੀ ਹੈ? ਅਨਪੜ੍ਹ ਨੂੰ ਨਹੀਂ ਨਾ ਪਤਾ। ਅਨਪੜ੍ਹ ਨੂੰ 16 ਜਮਾਤਾਂ ਤੋਂ ਅੱਗੇ 17ਵੀਂ ਆਉਂਦੀ ਨਹੀਂ। ਗੁਰੂ ਅਮਰਦਾਸ ਪਿਤਾ ਜੀ ਗੁਰੂ ਬਣੇ, ਉਹਨਾਂ ਨੇ ਗੋਇੰਦਵਾਲ ਸਾਹਿਬ ਜੀ ਦੀ ਨਗਰੀ ਸਾਨੂੰ ਬਖਸ਼ੀ। ਸਭ ਤੋਂ ਪਹਿਲਾ ਤੀਰਥ ਸਥਾਨ ਸਿੱਖਾਂ ਦਾ ਆਪ ਜੀ ਨੂੰ ਪਤਾ ਕਿਹੜਾ ਹੈ? ਉਹ ਗੋਇੰਦਵਾਲ ਸਾਹਿਬ ਹੈ, ਜਿਹਨੂੰ ਆਪਾਂ ਬੌਲੀ ਸਾਹਿਬ ਕਹਿੰਦੇ ਆ। ਇਹ ਪਹਿਲਾ ਤੀਰਥ ਸਥਾਨ ਹੈ ਜਿਹੜਾ ਗੁਰੂ ਜੀ ਨੇ ਖੁਦ ਬਣਾਇਆ ਹੈ। ਇਹਦਾ ਅਰਥ ਇਹ ਨਹੀਂ ਕਿ ਨਨਕਾਣਾ ਸਾਹਿਬ ਨਹੀਂ ਹੈ, ਪੰਜਾ ਸਾਹਿਬ ਨਹੀਂ ਹੈ। ਪੰਜਾ ਸਾਹਿਬ ਤੇ ਇਸ ਕਰਕੇ ਤੀਰਥ ਬਣ ਗਿਆ ਨਾ ਵੀ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ। ਪਰ ਇਹ ਬੌਲੀ ਸਤਿਗੁਰੂ ਨੇ ਖੁਦ ਬਣਵਾਈ ਹੈ। ਹੁਣ ਤੁਸੀਂ ਕਹੋਗੇ ਜੀ ਪਾਣੀ ਦੀ ਬਣਾਈ ਹੋਏਗੀ, ਤੇ ਫਿਰ ਇਹ ਤਾਂ ਭਾਈ ਕਮਲਾ ਜਿਹਾ ਜਵਾਬ ਹੈ। ਜਿੱਥੇ ਬਿਆਸ ਦਰਿਆ ਵਗਦਾ ਹੋਵੇ ਉਹਦੇ ਕੰਢੇ ਪਾਣੀ ਦੀ ਕਿੰਨੀ ਘਾਟ ਸੀ ਜੀ? ਨਹੀਂ, ਪਾਣੀ ਵਾਸਤੇ ਨਹੀਂ ਬਣਾਈ, ਉੱਥੋਂ ਦਰਿਆ ਵਗਦਾ ਸੀਗਾ, ਜਿੰਨਾ ਮਰਜ਼ੀ ਪਾਣੀ ਵਰਤੀ ਜਾਓ ਤੁਸੀਂ। ਸਤਿਗੁਰੂ ਜੀ ਨੇ ਆਪ ਤੀਰਥ ਬਣਾਇਆ। ਗੁਰੂ ਅਮਰਦਾਸ ਜੀ ਨੇ ਲੰਗਰ ਦੀ ਪ੍ਰਥਾ ਜਿਹੜੀ ਹੈ ਉਹਦਾ ਵਿਧੀ ਵਿਧਾਨ ਜਿਹੜਾ ਸੀ ਉਹ ਸਥਾਪਿਤ ਕੀਤਾ ਹੈ। ਹਰ ਸਿੱਖ ਨੂੰ ਹੁਕਮ ਕੀਤਾ ਕਿ ਪਹਿਲੇ ਪੰਗਤ ਪਾਛੇ ਸੰਗਤ। ਅਕਬਰ ਵਰਗੇ ਬਾਦਸ਼ਾਹ ਨੂੰ ਵੀ ਕਿਹਾ ਵੀ ਪਹਿਲਾਂ ਪੰਗਤ 'ਚ ਬਹਿ ਕੇ ਲੰਗਰ ਛਕ, ਫਿਰ ਤੈਨੂੰ ਸਾਡੇ ਦਰਸ਼ਨ ਹੋਣਗੇ। ਗੁਰੂ ਅਮਰਦਾਸ ਮਹਾਰਾਜ ਨੇ ਸਾਨੂੰ ਦੱਸਿਆ ਧੀਆਂ ਦੇ ਰਿਸ਼ਤੇ ਕਿਵੇਂ ਕਰੀਦੇ ਨੇ। ਨਹੀਂ ਤੇ ਅਮੂਮਨ ਅਸੀਂ ਇਹ ਸਾਡੇ ਕੋਲ ਇੱਕੋ ਹੀ ਕਸਵੱਟੀ ਹੈ ਕਿ ਅਸੀਂ ਸਿਰਫ ਕੋਈ ਮਾਇਆਧਾਰੀ ਪਰਿਵਾਰ ਲੱਭਦੇ ਹਾਂ। ਜਿਸ ਦਿਨ ਮਾਤਾ ਮਨਸਾ ਦੇਵੀ ਨੇ ਕਿਹਾ ਸੀ
कि आपां नूं अपनी बच्ची भानी वास्ते योग वर चाहिदा है। उन्हां कहा दसो किदां दा लड़का होवे, तुहाडे कोई ध्यान विच है? माता जी कहन लगे है। कहन लगे मेरे ध्यान विच वो काका जेठा है, वो सेवा भी करदा है ते अपनी नानी मां दा ध्यान भी करदा है। कोई इहदे वर्गा कोई लड़का होवे। भाव की सीगा भी घर की जिम्मेवारी भी समझे ते गुरु घर नूं भी मन्ने। ते गुरु साहब ने फिर एक गल कही सी जिहड़ी आपां नूं सारिआं नूं समझ आउणी चाहीदी है। गुरु साहब ने आख्या सी मनसा देवी इहदे वर्गा होर कोई नहीं हो सकदा, जिहड़ा होर होएगा वो होर वर्गा होएगा, क्योंकि मेरे मालक ने परमात्मा ने एक वर्गा दूजा पैदा नहीं किया। जे जेठे वर्गा चाहिए तो फिर जेठा ही है, जिहड़ा होर होएगा वो होर वर्गा होएगा। भाई जेठे कोल कुछ भी नहीं सी। हाँ, दो चीज़ां जरूर सी, संस्कार भी सी, सेवा भी सी, जिहड़ी कि अज असी बिल्कुल नहीं वेखदे भी बच्चा काम करदा कि नहीं करदा। असी दुखी जरूर होने आ रिश्तिਆਂ तो बाद, पर जदों रिश्ता करन लगीदा है तुसीं कदे पुछ के वेख ली भी काका की करदा? कहंदे काका तो कुछ नहीं करदा। तो फिर रिश्ता किवें आपां करना है? कहंदे काके दा प्यो थाणेदार है। बच्ची ने काके नाल दिन कटने ने, थाणेदार किन्ने दिन रोटी देगा? और मैं फिर बेनती करा, किरत दे सानू अजे अर्थ ही नहीं समझ आए, काम दे अर्थ सानू नहीं समझ आए। थोड़े जे आए ने कि वेला मन शैतान दा घर। अगर तुसी जीवन नू ठीक रखना चाहुंदे हो तो अपने आप नू किसी काम दे विच ला के रखियो। जदों वेले बैठोगे उल्टियां पुल्टियां गल्लां, उल्टे पुल्टे ख्याल। और एक गल होर वेखियो, काम वाले बंदे कोल वेलड़ एक मिनट नहीं जे बैठेगा। तुसी काम लगे रहो, वेलड़ आदमी उदे उठ के भाजेगा भी यार तू तेरे को तो टाइम ही है नहींगा। तुसी बच जाओगे, माड़ी सोसाइटी तो बच जाओगे, माड़े लोगों की संगत तो बच जाओगे। गुरु अमरदास पिता महाराज ने साडे ते बड़ी किरपा की, सानू सेवा करके दसी भी किवें करी दी है, धीआं दे रिश्ते करके दसे भी किवें करी दे ने, सानू तीर्थ स्थान बख्शिया, सानू लंगर दी मर्यादा बख्शी और सब तो वड्डा भरोसा बख्शिया। गुरु अमरदास महाराज दे लंगर विच रात नूं भांडे मूँह ते मार दिते जांदे सी। रात दी बासी दाल ते बासे प्रशादे सवेरे नहीं सी वरताए जांदे। कहंदे सी आपे रब सवेरे होर देगा। और पूरी प्रकृति विच एक बंदा ही है जिहड़ा रात दा समान सवेरे उठ के खांदा है, नहीं तो सारी प्रकृति दे विच सारे जीव जंतु जिहड़े ने वो सवेरे उठदे ने ते अपना चोगा चुगण वास्ते चलदे ने, और रब उन्हां नूं रोज़ दिंदा, वो स्टोरेज नहीं करदे। इन्हां अजमतां दे मालक सतगुरु जी दा अज प्रकाश गुरपुरब, आप सारियां संगतां नूं लख 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 वधाइयां। सतगुरु किरपा करन, इस गुरपुरब दीआं खुशियां सतगुरु साडी झोली विच पाउण, और असीं इस कोरोने की महामारी तो बच जाइए। मैं फिर बेनती करा सब नूं, सुचेत होवो, ध्यान करो, डरो नहीं, कोविड वॉरियर बनो। सिर्फ इन्नी गल है कि जदों घरों निकलते हो लैस होके निकलो, मास्क ला के निकलो, सैनिटाइजर अपने नाल लैके निकलो, और बीमार आदमी दी, गरीब दी, लोड़वंद दी मदद करो जाके, पर अपनी सेफ्टी नूं पहला रखो। ये सब तो जरूरी है।
ਕਿ ਅਸੀਂ ਆਪਣਾ ਧਿਆਨ ਕਰੀਏ। ਸਾਡੀ ਕੌਮ ਬਹੁਤ ਛੋਟੀ ਹੈ, ਬੜੀ ਥੋੜੀ ਗਿਣਤੀ ਹੈ ਸਾਡੀ, ਤੇ ਇਹ ਗੱਲ ਕਹਿਣੀ ਕਿ ਗੁਰੂ ਨੇ ਸਾਨੂੰ ਮਰਨਾ ਸਿਖਾਇਆ ਹੈ, ਨਹੀਂ। ਮੈਂ ਫਿਰ ਬੇਨਤੀ ਕਰਾਂ, ਮਰਨ ਤੋਂ ਪਹਿਲਾਂ ਗੁਰੂ ਨੇ ਜਿਉਣਾ ਵੀ ਸਿਖਾਇਆ ਹੈ। ਮਰਨਾ ਤਾਂ ਸਾਨੂੰ ਦੱਸਿਆ ਗੁਰੂ ਨੇ ਵੀ ਮਰਨਾ ਤਾਂ ਸੱਚ ਹੈ, ਪਰ ਮਰਨ ਤੋਂ ਪਹਿਲਾਂ ਸੁਖੀ ਜੀਵਨ ਕਿਵੇਂ ਜਿਉਣਾ ਹੈ, ਸਫਲ ਜੀਵਨ ਕਿਵੇਂ ਜਿਉਣਾ ਹੈ, ਇਹ ਵੀ ਸਾਨੂੰ ਗੁਰੂ ਨੇ ਦੱਸਿਆ। ਤੇ ਉਹ ਜਿਹੜਾ ਸੁਖੀ ਤੇ ਸਫਲ ਜੀਵਨ ਹੈ ਅਸੀਂ ਉਹ ਵੀ ਸਿੱਖ ਲਈਏ। ਮਰਨਾ ਤਾਂ ਸੱਚ ਹੈ, ਪਰ ਕੀ ਮਰਨ ਤੋਂ ਪਹਿਲਾਂ ਜਿਹੜਾ ਜੀਵਨ ਹੈ ਕਿ ਉਹਦੀ ਸੰਭਾਲ ਕਰਨੀ ਸਾਡੀ ਡਿਊਟੀ ਨਹੀਂ? ਡਿਊਟੀ ਹੈ। ਸੱਚੇ ਪਾਤਸ਼ਾਹ ਨੇ ਸਾਨੂੰ ਜੀਵਨ ਦਾਨ ਬਖਸ਼ਿਆ ਸੀ। ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਲਾਏ, ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਸੱਚੇ ਪਾਤਸ਼ਾਹ ਮਿਹਰ ਕਰਨ, ਖੁਸ਼ੀਆਂ ਬਖਸ਼ਣ, ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ